CWC ਦੀ ਮੀਟਿੰਗ ਦੇ ਵਿੱਚ ਸੋਨੀਆ ਗਾਂਧੀ ਦਾ ਵੱਡਾ ਬਿਆਨ। ਅਜੇ ਮੈਂ ਹੀ ਕਾਂਗਰਸ ਦੀ ਫੁੱਲ ਟਾਈਮ ਪ੍ਰਧਾਨ। ਨਾਰਾਜ਼ ਲੀਡਰਾਂ ਨੂੰ ਪੜਾਇਆ ਅਨੁਸ਼ਾਸਨ ਦਾ ਪਾਠ। ਬੋਲੇ ਮੀਡੀਆ ਦੀ ਥਾਂ ਸਿੱਧਾ ਮੇਰੇ ਨਾਲ ਕਰਨ ਗੱਲਬਾਤ। ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਬੀਜੇਪੀ ਤੇ ਬਰੇ ਸੋਨੀਆ ਗਾਂਧੀ। ਕਿਹਾ ਕਿਸਾਨਾਂ ਤੇ ਕਾਲੇ ਕਾਨੂੰਨ ਥੋਪ ਰਹੀ ਹੈ ਸਰਕਾਰ। ਬੀਜੇਪੀ ਦੀ ਮਾਨਸਿਕਤਾ ਦਰਸਾਉਂਦੀ ਹੈ ਲਖੀਮਪੁਰ ਦੀ ਘਟਨਾ। दो 2022 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਦਲਿਤ ਵੋਟ ਬੈਂਕ ਦੇ ਉੱਤੇ ਨਜ਼ਰ। ਕੇਜਰੀਵਾਲ ਤੋਂ ਬਾਅਦ ਮਨੀਸ਼ ਸਿਸੋਦੀਆ ਪੰਜਾਬ ਦੌਰੇ ਤੇ। ਅੰਮ੍ਰਿਤਸਰ ਦੇ ਵਾਲਮੀਕ ਤੀਰਥ ਦੇ ਵਿੱਚ ਹੋਏ ਨਤਮਸਤਕ। ਜਲੰਧਰ 'ਚ ਵੀ ਵਾਲਮੀਕੀ ਭਾਈਚਾਰੇ ਦੇ ਸਮਾਗਮ 'ਚ ਹੋਣਗੇ ਸ਼ਾਮਿਲ। ਸਿੰਘੂ ਬਾਰਡਰ ਦੇ ਉੱਤੇ ਦਲਿਤ ਨੌਜਵਾਨ ਦੇ ਕਤਲ ਦੀ ਬੀਐਸਪੀ ਸੁਪਰੀਮੋ ਮਾਇਆਵਤੀ ਨੇ ਕੀਤੀ ਨਿਖੇਧੀ। ਚੰਨੀ ਸਰਕਾਰ ਤੋਂ ਲਖੀਮਪੁਰ ਵਾਂਗ ਮ੍ਰਿਤਕ ਦੇ ਪਰਿਵਾਰ ਨੂੰ 50 ਲੱਖ ਅਤੇ ਨੌਕਰੀ ਦੇਣ ਦੀ ਕੀਤੀ ਮੰਗ। ਸਿੰਘੂ ਕਤਲकांड ਦੇ ਮੁਲਜ਼ਮ ਨਿਹੰਗ ਦੀ ਥੋੜੀ ਦੇਰ ਦੇ ਵਿੱਚ ਸੋਨੀਪਤ ਦੀ ਕੋਰਟ ਦੇ ਵਿੱਚ ਹੋਵੇਗੀ ਪੇਸ਼ੀ। ਬਾਕੀ ਮੁਲਜ਼ਮਾਂ ਦੀ ਅਜੇ ਤੱਕ ਨਹੀਂ ਹੋਈ ਗ੍ਰਿਫਤਾਰੀ। ਕੱਲ ਸਿੰਘੂ ਬਾਰਡਰ ਤੇ ਬੇਰਹਿਮੀ ਨਾਲ ਕੀਤਾ ਗਿਆ ਸੀ ਲਖਬੀਰ ਸਿੰਘ ਨਾਮ ਦੇ ਨੌਜਵਾਨ ਦਾ ਕਤਲ। फरीदाबाद ਦੇ ਵਿੱਚ ਮੂਰਤੀ ਵਿਸਰਜਨ ਦੌਰਾਨ ਵਾਪਰਿਆ ਦਰਦਨਾਕ ਹਾਦਸਾ। ਯਮੁਨਾ ਨਦੀ 'ਚ ਡੁੱਬੇ 3 ਨੌਜਵਾਨ ਭਾਲ ਜਾਰੀ। ਜੰਮੂ ਕਸ਼ਮੀਰ 'ਚ ਸੁਰੱਖਿਆ ਦਸਤਿਆਂ ਨੂੰ ਵੱਡੀ ਕਾਮਯਾਬੀ। 2 ਵੱਖ-ਵੱਖ ਐਨਕਾਊਂਟਰਸ ਦੇ ਵਿੱਚ 2 ਅੱਤਵਾਦੀ ਕੀਤੇ ਗਏ ਢੇਰ। ਸ਼੍ਰੀਨਗਰ ਅਤੇ ਪੁਲਵਾਮਾ 'ਚ ਮਾਰ ਗਿਰਾਏ ਦਹਿਸ਼ਤਗਰਦ। ਤੇਲ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਲਗਾਤਾਰ ਜਾਰੀ। ਅੱਜ ਮੁੜ ਤੋਂ ਵਧੇ ਪੈਟਰੋਲ ਡੀਜ਼ਲ ਦੇ ਰੇਟ। 35 ਪੈਸੇ ਦਾ ਹੋਇਆ ਪ੍ਰਤੀ ਲੀਟਰ ਇਜ਼ਾਫਾ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਗੱਲ CWC ਦੀ, ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੀ, ਜਿਸ ਦੇ ਵਿੱਚ ਸੋਨੀਆ ਗਾਂਧੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਅਜੇ ਮੈਂ ਹੀ ਹਾਂ ਕਾਂਗਰਸ ਦੀ ਫੁੱਲ ਟਾਈਮ ਪ੍ਰਧਾਨ। ਇਹ ਬਿਲਕੁਲ ਸ਼ੁਰੂਆਤੀ ਭਾਸ਼ਣ ਸੀ ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਸੋਨੀਆ ਗਾਂਧੀ ਦੇ ਵੱਲੋਂ, ਤੇ ਉਹਨਾਂ ਨੇ ਕਿਹਾ ਕਿ ਮੈਂ ਹੀ ਕਾਂਗਰਸ ਦੀ ਫਿਲਹਾਲ ਫੁੱਲ ਟਾਈਮ ਪ੍ਰਧਾਨ ਆ। ਨਾਰਾਜ਼ ਲੀਡਰਾਂ ਨੂੰ ਵੀ ਉਹਨਾਂ ਨੇ ਅਨੁਸ਼ਾਸਨ ਦਾ ਪਾਠ ਪੜਾਇਆ ਤੇ ਕਿਹਾ ਕਿ ਮੀਡੀਆ ਦੇ ਵਿੱਚ ਜਾ ਕੇ ਗੱਲਬਾਤ ਕਰਨ ਦੀ ਜਗ੍ਹਾ ਮੇਰੇ ਨਾਲ ਆਓ, ਸਿੱਧਾ ਗੱਲਬਾਤ ਕਰੋ। ਲੀਡਰਾਂ ਨੂੰ ਸੰਜਮ ਅਤੇ ਅਨੁਸ਼ਾਸਨ ਦੇ ਵਿੱਚ ਰਹਿਣ ਦੀ ਵੀ ਨਸੀਹਤ ਸੋਨੀਆ ਗਾਂਧੀ ਦੇ ਵੱਲੋਂ ਦਿੱਤੀ ਗਈ ਹੈ। ਇਕਜੁੱਟ ਹੋ ਕੇ ਆਗਾਮੀ ਚੋਣਾਂ ਲੜਨ ਦੀ ਜ਼ਰੂਰਤ ਹੈ। ਉਹਨਾਂ ਨੇ ਕਿਹਾ ਕਿ ਇਕਜੁੱਟ ਇਸ ਸਮੇਂ ਜ਼ਰੂਰ ਕਾਂਗਰਸੀ ਸਾਰੇ ਹੋ ਜਾਣ। ਖੈਰ ਇਸ ਸਮੇਂ ਦੀ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ, ਇਸ ਕਰਕੇ ਵੀ ਅਹਿਮ ਤੇ ਵੱਡੀ ਖਬਰ ਹੋ ਜਾਂਦੀ ਹੈ ਕਿਉਂਕਿ ਹੁਣ ਤੱਕ ਕਾਂਗਰਸ ਨੂੰ ਲੈ ਕੇ ਦੁਚਿੱਤੀ ਵਾਲੀ ਸਥਿਤੀ ਕਾਂਗਰਸ ਦੇ ਵਰਕਰਾਂ ਤੇ ਲੀਡਰਾਂ ਦੇ ਅੰਦਰ ਬਣੀ ਹੋਈ ਸੀ ਕਿ ਕਾਂਗਰਸ ਦਾ ਪ੍ਰਧਾਨ ਹੈ ਕੌਣ। ਸੋਨੀਆ ਗਾਂਧੀ ਦਾ ਜ਼ਿਕਰ ਹੁੰਦਾ ਸੀ ਤਾਂ ਉਹਨਾਂ ਦੇ ਨਾਲ ਕਾਰਜਕਾਰੀ ਪ੍ਰਧਾਨ ਲਗਾਇਆ ਜਾਂਦਾ ਸੀ, ਤਾਂ ਉਸ ਦੇ ਉੱਤੇ ਹੁਣ ਕਿਤੇ ਨਾ ਕਿਤੇ ਸਸਪੈਂਸ ਨੂੰ, ਦੁਚਿੱਤੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਮੈਂ ਹੀ ਫੁੱਲ ਟਾਈਮ ਪ੍ਰਧਾਨ ਹਾਂ ਕਾਂਗਰਸ ਦੀ। ਨਾਲ ਹੀ ਉਹਨਾਂ ਨੇ ਨਾਰਾਜ਼ ਲੀਡਰਾਂ ਨੂੰ ਵੀ ਅਨੁਸ਼ਾਸਨ ਦਾ ਪਾਠ ਪੜਾਇਆ, ਖਾਸ ਤੌਰ ਤੇ G23 ਲੀਡਰਾਂ ਨੂੰ। ਕੁਝ ਦਿਨ ਪਹਿਲਾਂ ਕਪਿਲ ਸਿੱਬਲ ਕਾਂਗਰਸ ਦੇ ਵੱਡੇ ਲੀਡਰ ਨੇ, ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਸਥਾਈ ਪ੍ਰਧਾਨ ਦੀ ਜ਼ਰੂਰਤ ਹੈ, CWC ਬੁਲਾਈ ਜਾਵੇ। ਖੈਰ ਸਭ ਕੁਝ ਹੈ। ਸਭ ਦੇ ਵਿੱਚ ਵਾਲੇ ਮੀਟਿੰਗ ਦੀ ਸ਼ੁਰੂਆਤੀ ਭਾਸ਼ਣ ਦੇ ਵਿੱਚ ਸੋਨੀਆ ਗਾਂਧੀ ਨਸੀਹਤ ਦੇ ਰਹੇ ਨੇ ਆਪਣੀ ਆਗੂਆਂ ਨੂੰ, ਸਿੱਧੇ ਤੌਰ ਤੇ ਕਪਿਲ ਸਿੱਬਲ ਤੇ ਉਹਨਾਂ ਦੇ ਸਾਥੀਆਂ ਨੂੰ, ਕਿ ਤੁਸੀਂ ਮੀਡੀਆ 'ਚ ਜਾ ਕੇ ਗੱਲਾਂ ਨਾ ਕਰੋ, ਮੇਰੇ ਕੋਲ ਆਓ, ਸਿੱਧਾ ਗੱਲਬਾਤ ਕਰੋ, ਮਸਲੇ ਸੁਲਝਾਓ, ਇਕੱਠੇ ਹੋਵੇ, ਇਲੈਕਸ਼ਨ ਲੜੋ। ਤੁਹਾਨੂੰ ਦੱਸ ਦਈਏ ਕਿ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਪਹੁੰਚੇ ਹੋਏ ਨੇ ਇਸ ਮੀਟਿੰਗ ਦੇ ਵਿੱਚ। CWC ਮੀਟਿੰਗ ਦੇ ਵਿੱਚ ਜਿਹੜੇ ਮੈਂਬਰ ਨੇ CWC ਦੇ ਪਹੁੰਚੇ ਹੋਏ ਨੇ। ਦਿੱਲੀ ਦਾ ਰੁਖ ਕਰਦੇ हैं, ਸਾਡੇ सहयोगी इस समय ਸਾਡੇ ਨਾਲ ਨੇ रवि मिश्रा। रवि, क्या कुछ आपके पास जानकारी? शुरुआती भाषण में ही कहीं ना कहीं सोनिया गांधी ने बता दिया कि अध्यक्ष पद मेरे पास है और जो सवाल उठा रहे थे उनको भी कहीं ना कहीं नसीहत। बिल्कुल, मैं ही अध्यक्ष हूं और मैं पूरी तरीके से पार्टी में सक्रिय हूं। किसी को कुछ भी कहना है तो वो मेरे पास आए, मीडिया से संवाद ना करे। साफ तौर पर सोनिया गांधी ने इस बैठक में शुरुआती दौर में इन शब्दों के साथ शुरुआत की। कहीं ना कहीं G23 में जो तमाम नेता विरोध के स्वर बुलंद कर रहे थे कि आखिर कौन है जो कांग्रेस में फैसले ले रहे हैं, उसको लेके साफ तौर पर एक सोनिया गांधी का बयान आया है। साफ तौर पर सबको ये मैसेज जाता है कि पार्टी में मैं ही अध्यक्ष हूँ, मैं ही कार्यशील प्रेसिडेंट हूँ और मैं ही तमाम निर्णय ले रही हूँ। मैं सक्रिय हूँ पार्टी में और किसी को भी कोई समस्या है तो मुझसे डायरेक्ट बात करे, ना ही मीडिया को अवगत कराए। वहीं बात करें, कई और अन्य मुद्दों पर बात हुई, जिस तरह लखीमपुर खीरी की घटना को लेकर कई मुद्दों पर लेकर चर्चा हुई कि किस तरीके से जो बीजेपी की मानसिकता है वो यूपी में
कहीं ना कहीं दिखाई पड़ती है, तो उसको लेकर पार्टी को एकजुट होना चाहिए, उसकी निंदा करनी चाहिए। उसके अलावा 1 साल होने आए हैं, किसान आंदोलन लगातार बदस्तूर जारी है, उसको लेकर कहीं ना कहीं कांग्रेस को एकजुटता दिखानी चाहिए और जिस तरीके से आपसी मतभेद चल रहे हैं उसका कहीं ना कहीं हल निकालना चाहिए। बात करें 3 राज्य के मुख्यमंत्री हैं, चुनाव आने वाले हैं, पंचायत चुनाव है, उपचुनाव चुनाव है, तो उनको लेकर क्या रणनीति रहेगी, किस तरीके से ब्लॉक लेवल बूथ लेवल पर पार्टी को काम करना है, संगठन में किस तरीके से एकजुट होकर काम करना है, उसको लेकर भी काफ़ी महत्वपूर्ण चर्चा हुई। वहीं ये भी बताया कि संगठन के चुनाव जल्द होंगे। केसी वेणुगोपाल जो जनरल सेक्रेटरी हैं वो इसकी जानकारी से आप सबको अवगत कराएंगे और जल्द ही संगठनात्मक चुनाव हो सकते हैं। वहीं बात करें पंजाब में चुनाव होने वाले हैं, पंजाब में किस तरीके से जो अभी राजनीतिक गतिविधियां चल रही थी, जिस तरीके से जो राजनीतिक माहौल था, उसको लेकर भी यहाँ पर बात हुई है और अभी एक प्रेस वार्ता होने वाली है इस बैठक के बाद और स्थायी रूप से क्या कुछ इसमें हुआ उसकी एक जानकारी मीडिया के सामने समक्ष रखी जाएगी। मगर आपको बता दूं कि ये बैठक 10 बजे शुरुआत हुई है, 12 बजने से ऊपर का समय हो रहा है, 2 घंटे का ज़्यादा वक्त यहाँ पर बीत चुका है और इस बैठक अभी भी लगातार जारी है और इस बैठक के बाद प्रेस वार्ता में स्पष्ट हो जाएगा कि किन किन मुद्दों पर यहाँ पर चर्चा हुई और क्या रूपरेखा रणनीति कांग्रेस आने वाले समय में अख्तियार करेगी, उसको लेकर भी यहाँ पर आज चर्चा हो रही है। और साफ तौर पर राहुल गांधी यहाँ पर मौजूद हैं, सोनिया गांधी यहाँ पर मौजूद हैं और तमाम जो बड़े मेंबर्स हैं, पार्टी के बड़े वरिष्ठ नेता हैं, वो भी इस बैठक में अपनी भूमिका अदा कर रहे हैं। तो लिहाजा थोड़ा इंतज़ार करना होगा बैठक कब खत्म होती है और इस बैठक का क्या निचोड़ निकलता है और आगामी 2022 के चुनाव में कांग्रेस किस तरीके से अपनी रूपरेखा तैयार करती है, वो भी ठीक है। रवि एक पूरी जानकारी ये भी दे दीजिए कि जिस तरह से आपने बताया कि 10 बजे मीटिंग शुरू हुई है, 2 चीजें कांग्रेस के वर्कर पंजाब में भी जो हैं वो जानना चाहते होंगे। प्रेस कॉन्फ्रेंस कितने बजे होगी और क्या ये अलग अलग राउंड में मीटिंग चल रही है, कितने राउंड्स हैं या किस तरह से मीटिंग पूरा दिन चलेगी? देखिए, तकरीबन 3 से 3.5 घंटे ये बैठक चलने का अनुमान लगाया जा रहा है और 2 घंटे इस बैठक को हो चुके हैं। देखिए, साफ तौर पे एक साथ बैठकर तमाम लोग आपस में सबको मौका दिया जा रहा है, जो समस्या है उनको सुना जा रहा है और एक साथ ये बैठक हो रही है और सबकी जो राय है वो ली जा रही है। हर एक व्यक्ति विशेष को अपनी बात रखने का समय दिया जा रहा है। सोनिया गांधी ने सबसे पहले अपनी बात शुरुआत की, उसके बाद केसी वेणुगोपाल ने भी अपनी बात रखी और तमाम वरिष्ठ नेता हैं वो भी अपनी बात रख रहे हैं। बैठक अंदाज़ा बताऊं आपको तो तकरीबन 1 से 2 घंटा और चल सकती है। अगर ज़्यादा विलम्ब हुआ तो 2.5 से 3 घंटा और इसमें समय लगेगा। मगर जैसी जानकारी मिल रही थी कि बैठक खत्म होने के बाद एक समय बताया जाएगा और उसमें एक प्रेस वार्ता की जाएगी। CWC जो कांग्रेस वर्किंग कमेटी की बैठक है, इस बैठक में क्या कुछ हुआ, किन मुद्दों पर चर्चा हुई, किन अहम पॉइंट्स हैं जो जिनको पार्टी को आगे लेकर चलना है, क्या एजेंडा तय करना है, पार्टी को चुनाव में किस तरीके से काम करना है, पार्टी ये जो आपसी मतभेद से जूझ रही है, जो अलग अलग राजनीतिक यथास्थिति बनी हुई है, उससे कैसे निपटना है, उसको लेकर भी आज यहाँ CWC की बैठक में चिंतन मंथन जारी है। अब देखना होगा, थोड़ा इंतजार करना होगा कि इस बैठक के बाद क्या निकल कर सामने आता है, इस बैठक से क्या निष्कर्ष निकल कर सामने आता है, देखने वाली बात होगी। गौरव, शुक्रिया। ਤੁਸੀਂ ਨਜ਼ਰ ਬਣਾਈ ਰੱਖੋ, ਅਪਡੇਟ ਅੱਗੇ ਵੀ ਤੁਹਾਡੇ ਤੋਂ ਲੈਂਦੇ ਰਹਾਂਗੇ। ਵੱਡੀ ਖਬਰ ਲਾਜ਼ਮੀ ਤੌਰ ਤੇ ਇਸ ਦੇ ਉੱਤੇ ਪੂਰਾ ਦਿਨ ਨਜ਼ਰ ਰਹੇਗੀ ਕਿ ਕੁਝ ਪ੍ਰੈਸ ਕਾਨਫਰੰਸ ਹੁੰਦੀ ਹੈ, ਕਿੰਨੇ ਵਜੇ ਪ੍ਰੈਸ ਕਾਨਫਰੰਸ ਹੁੰਦੀ ਹੈ, ਉਸ ਦੇ ਵਿੱਚ ਕੀ ਕਿਹਾ ਜਾਂਦਾ ਹੈ, ਖਾਸ ਤੌਰ ਤੇ ਪੰਜਾਬ ਦੇ ਇਲੈਕਸ਼ਨਸ ਨੂੰ ਲੈ ਕੇ ਕੀ ਕੋਈ ਐਲਾਨ ਕੀਤਾ ਜਾਂਦਾ ਹੈ, ਕੀ ਕੋਈ ਨਵੀਆਂ ਸਟੇਟਮੈਂਟਸ ਜਾਂ ਨਿਯੁਕਤੀਆਂ ਕੀਤੀਆਂ ਜਾਂਦੀਆਂ ਨੇ, ਉਸ ਦੇ ਉੱਤੇ ਲਾਜ਼ਮੀ ਤੌਰ ਤੇ ਨਜ਼ਰ ਰਹੇਗੀ। CWC ਦੀ ਮੀਟਿੰਗ ਹੈ, ਚੱਲ ਰਹੀ ਹੈ ਤੇ ਮੀਟਿੰਗ ਦੀ ਸ਼ੁਰੂਆਤ ਦੇ ਵਿੱਚ ਹੀ ਸੋਨੀਆ ਗਾਂਧੀ ਨੇ ਕਹਿ ਦਿੱਤਾ ਕਿ ਮੈਂ ਹੀ ਪ੍ਰਧਾਨ, ਫੁੱਲ ਟਾਈਮ ਪ੍ਰਧਾਨ, यानी ਜਿਹੜੇ ਲੀਡਰ ਸੀਗੇ ਖਾਸ ਤੌਰ ਤੇ G23 ਦੇ G23 ਉਹ ਆਗੂ ਨੇ, ਕਾਂਗਰਸ ਦੇ ਸਾਰੇ ਆਗੂ ਨੇ ਜਿਨ੍ਹਾਂ ਦੇ ਵੱਲੋਂ ਇੱਕ ਕਾਂਗਰਸ ਦੇ ਅੰਦਰ ਰਹਿ ਕੇ ਆਵਾਜ਼ ਬੁਲੰਦ ਕੀਤੀ ਗਈ ਸੀ ਤੇ ਉਸ ਨੂੰ G23 ਦਾ ਨਾਮ ਦਿੱਤਾ ਗਿਆ ਸੀ। ਉਹਨਾਂ ਦੇ ਵਿੱਚ ਕਈ ਵੱਡੇ ਨਾਮ ਨੇ, ਕਪਿਲ ਸਿੱਬਲ ਜਿਸ ਤਰੀਕੇ ਨਾਲ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਪ੍ਰੈਸ ਕਾਨਫਰੰਸ ਕਰ ਰਹੇ ਸੀ, ਔਰ ਬਹੁਤ ਸਾਰੇ ਨਾਮ ਨੇ, ਤਾਂ ਉਹਨਾਂ ਨੂੰ ਵੀ ਨਸੀਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਸੋਨੀਆ ਗਾਂਧੀ। ਇਸ ਸਭ ਦੇ ਵਿਚਾਲੇ ਸੋਨੀਆ ਗਾਂਧੀ ਆਪਣੇ ਭਾਸ਼ਣ ਦੇ ਦੌਰਾਨ ਬੀਜੇਪੀ ਦੇ ਉੱਤੇ ਵੀ ਵਰਦੇ ਹੋਏ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਲਖੀਮਪੁਰ ਕਾਂਡ ਜਿਸ ਤਰੀਕੇ ਨਾਲ ਵਾਪਰਿਆ ਉਹ ਬੀਜੇਪੀ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਤਾਂ ਲਖੀਮਪੁਰ ਦੇ ਵਿੱਚ 3 ਅਕਤੂਬਰ ਨੂੰ ਜੋ ਘਟਨਾ ਵਾਪਰੀ ਹੈ, ਜਿਸ ਦੇ ਵਿੱਚ 4 ਕਿਸਾਨਾਂ ਦੀ ਮੌਤ ਹੋ ਗਈ, ਇੱਕ ਪੱਤਰਕਾਰ ਦੀ ਮੌਤ ਹੋ ਗਈ, 3 ਹੋਰ ਲੋਕਾਂ ਦੀ ਜੋ ਬੀਜੇਪੀ ਦੇ ਵਰਕਰ ਦੱਸੇ ਜਾਂਦੇ ਨੇ ਉਹਨਾਂ ਦੀ ਮੌਤ ਹੋ ਗਈ, 8 ਲੋਕਾਂ ਦੀ ਮੌਤ ਹੋਈ। ਤਾਂ ਉਸ ਪੂਰੀ ਘਟਨਾ ਨੂੰ ਲੈ ਕੇ ਸੋਨੀਆ ਗਾਂਧੀ ਨੇ ਕੇਂਦਰ ਦੀ ਸਰਕਾਰ ਦੇ ਉੱਤੇ, ਬੀਜੇਪੀ ਦੇ ਉੱਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਲਖੀਮਪੁਰ ਦੇ ਵਿੱਚ ਜੋ ਕੁਝ ਹੋਇਆ ਉਹ ਮਾਨਸਿਕਤਾ ਦਰਸਾਉਂਦਾ ਹੈ।
ਬੀਜੇਪੀ ਦੀ। ਕਿਸਾਨ ਅੰਦੋਲਨ ਪ੍ਰਤੀ ਬੀਜੇਪੀ ਦੇ ਨਜ਼ਰੀਏ ਨੂੰ ਦਰਸਾਉਂਦਾ ਹੋਇਆ ਕੇਂਦਰ ਕਿਸਾਨਾਂ ਤੇ ਕਾਲੇ ਕਾਨੂੰਨ ਥੋਪ ਰਿਹਾ ਹੈ, ਜੋ ਗਲਤ ਹੈ, ਇਹ ਵੀ ਕਿਹਾ ਗਿਆ ਸੋਨੀਆ ਗਾਂਧੀ ਦੇ ਵੱਲੋਂ। ਤਾਂ ਇਸ ਸਮੇਂ ਸਾਡੇ ਨਾਲ ਪੰਜਾਬ ਬੀਜੇਪੀ ਦੇ ਆਗੂ ਜੁੜ ਰਹੇ ਨੇ ਹਰਜੀਤ ਗਰੇਵਾਲ ਜੀ। ਗਰੇਵਾਲ ਸਾਹਿਬ, ਸਵਾਗਤ ਹੈ ਤੁਹਾਡਾ। ਕਾਂਗਰਸ ਦੀ CWC ਜਾਰੀ ਹੈ, ਕਾਂਗਰਸ ਵਰਕਿੰਗ ਕਮੇਟੀ ਤੇ ਇਸ ਸਭ ਦੇ ਵਿਚਾਲੇ ਆਪਣਿਆਂ ਨੂੰ ਨਸੀਹਤ ਹੈ, ਪਰ ਬੀਜੇਪੀ ਦੇ ਉੱਤੇ ਨਿਸ਼ਾਨਾ। ਲਖੀਮਪੁਰ ਕਾਂਡ ਨੂੰ ਲੈ ਕੇ ਕਾਂਗਰਸ ਬਹੁਤ ਹਮਲਾਵਰ ਹੈ ਤੁਹਾਡੇ ਤੇ। ਗਰੇਵਾਲ ਸਾਹਿਬ ਕਹਿ ਰਹੇ ਨੇ ਕਿ ਲਖੀਮਪੁਰ 'ਚ ਜੋ ਕੁਝ ਹੋਇਆ ਉਹ ਤੁਹਾਡੀ ਮਾਨਸਿਕਤਾ ਨੂੰ ਦਰਸਾਉਂਦਾ ਹੈ, ਬੀਜੇਪੀ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਦੀ ਮਾਨਸਿਕਤਾ ਹੈ ਬੀਜੇਪੀ ਦੀ। ਪਹਿਲੀ ਗੱਲ ਤਾਂ ਇਹ ਹੈ ਕਿ ਕਾਂਗਰਸ ਦੀ ਮਾਨਸਿਕਤਾ ਕੀ ਹੈ ਉਹ ਦੇਖੋ। ਆ ਹੁਣ ਇੱਕ ਦਲਿਤ ਜਿਹੜਾ ਹੈਗਾ ਉਹਦੀ ਹੱਤਿਆ ਕੀਤੀ ਗਈ ਹੈ ਬੜੀ ਬੇਰਹਿਮੀ ਨਾਲ ਬਾਰਡਰ ਦੇ ਉੱਪਰ, ਸਿੰਘੂ ਬਾਰਡਰ ਤੇ। ਕੋਈ ਕਾਂਗਰਸ ਦੇ ਮਿਨਿਸਟਰ ਜਿਹੜੇ ਆ ਉੱਥੇ ਜਾਂਦੇ ਰਹੇ, ਲਖੀਮਪੁਰ ਖੀਰੀ, ਇੱਥੇ ਕੋਈ 45-50 ਲੱਖ ਦੇਣ ਗਿਆ ਉਹਦੇ ਘਰ, ਕੋਈ ਉਹਨਾਂ ਦਾ ਹਾਲ ਚਾਲ ਪੁੱਛਣ ਗਿਆ ਉਹਦੇ ਘਰਦਿਆਂ ਦਾ ਪਿੱਛੇ ਕੀ ਹਾਲ ਆ। ਇਹਨਾਂ ਦੀ ਮਾਨਸਿਕਤਾ ਇਸ ਤੋਂ ਇੱਕ ਸਿੱਧੀ ਜੀ ਸ਼ੁੱਧ ਰਾਜਨੀਤੀ ਕਰਦੇ ਆ। ਉੱਥੇ ਵੀ ਗਏ, ਅਗਰ ਲਖੀਮਪੁਰ ਖੀਰੀ ਗਏ ਤਾਂ ਦੂਸਰੇ ਜਿਹੜੇ ਚਾਰ ਬਾਕੀ ਲੋਕਾਂ ਦੀ ਹੱਤਿਆ ਹੋਈ ਸੀ ਬੜੀ ਬੇਰਹਿਮੀ ਨਾਲ ਹੋਈ ਸੀ, ਤਾਲਿਬਾਨੀ ਤਰੀਕੇ ਨਾਲ ਹੋਈ ਸੀ, ਉੱਥੇ ਨਹੀਂ ਗਏ, ਉੱਥੇ ਵੀ ਡਿਸਕ੍ਰਿਮੀਨੇਸ਼ਨ ਕੀਤੀ ਇਹਨਾਂ ਨੇ। ਤਾਂ ਇਸ ਤੋਂ ਲੱਗਦਾ ਕਿ ਸਿਆਸਤ ਤੋਂ ਪ੍ਰੇਰਿਤ ਕੰਮ ਕਰਦੇ ਆ, ਨਾ ਕਿ ਇਹ ਕੋਈ ਇਸ ਤਰ੍ਹਾਂ ਦਾ ਕੰਮ ਕਰਦੇ ਆ ਕਿ ਜਿਹਦੇ ਨਾਲ ਸਮਾਜ ਦਾ ਭਲਾ ਹੋਵੇ, ਜਿਹਦੇ ਨਾਲ ਸਮਾਜ 'ਚ ਇਕਜੁੱਟਤਾ ਆਵੇ। ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਖੁਦ ਕਰਦੇ ਆ ਔਰ ਕਹਿੰਦੇ ਸਾਨੂੰ ਆ। ਇਸ ਕਰਕੇ ਇਹਨਾਂ ਨੂੰ ਆਪਣੇ ਆਪ ਦਾ ਪਹਿਲਾਂ ਸੋਚਣਾ ਚਾਹੀਦਾ, ਉਹਨੂੰ ਦਰੁਸਤ ਕਰਨ ਤੇ ਸਿਆਸਤ ਤੋਂ ਪ੍ਰੇਰਿਤ ਗੱਲਾਂ ਨਾ ਕਰਨ, ਉਹ ਦੇਸ਼ ਹਿੱਤ ਦੀਆਂ ਸਮਾਜ ਹਿੱਤ ਦੀਆਂ ਗੱਲਾਂ ਕਰਨ। ਮੇਰਾ ਤਾਂ ਇਹੀ ਕਹਿਣਾ ਇਹਨਾਂ ਨੂੰ। ਠੀਕ ਹੈ, ਸਾਡੇ ਨਾਲ ਜੁੜੇ ਰਹੋ। ਸਾਡੇ ਨਾਲ ਕੁਲਦੀਪ ਵੈਦ ਜੀ ਜੁੜ ਰਹੇ ਨੇ, ਕਾਂਗਰਸ ਦੇ ਸੀਨੀਅਰ ਲੀਡਰ ਨੇ, ਵਿਧਾਇਕ ਨੇ। ਵੈਦ ਸਾਹਿਬ, ਸਵਾਗਤ ਹੈ। ਦੇਖੋ, ਤੁਸੀਂ ਬੀਜੇਪੀ ਤੇ ਨਿਸ਼ਾਨੇ ਸਾਧ ਰਹੇ ਹੋ, ਬੀਜੇਪੀ ਤੁਹਾਡੇ ਉੱਤੇ ਨਿਸ਼ਾਨੇ ਸਾਧ ਰਹੀ ਹੈ, ਤਾਂ ਇਹ ਵਾਰ ਪਲਟਵਾਰ ਤਾਂ ਹੁੰਦਾ ਹੈ। ਪਰ ਹੁਣ ਗੱਲ ਜਿਹੜੀ ਸ਼ੁਰੂ ਹੋਈ ਲਖੀਮਪੁਰ ਤੋਂ, ਉਹ ਸਿੰਘੂ ਬਾਰਡਰ ਤੱਕ ਪਹੁੰਚ ਚੁੱਕੀ ਹੈ। ਬੀਜੇਪੀ ਕਹਿ ਰਹੀ ਹੈ ਕਿ ਤੁਸੀਂ ਲਖੀਮਪੁਰ ਜਾ ਕੇ ਅਨਾਉਂਸ ਕਰਕੇ ਆਏ ਸੀ ਤੇ ਤੁਹਾਨੂੰ ਯਾਦ ਨਹੀਂ ਆਈ ਸਿੰਘੂ ਬਾਰਡਰ ਦੇ ਉੱਤੇ ਉਸ ਨੌਜਵਾਨ ਦੀ। ਗੌਰਵ ਜੀ, ਸਾਨੂੰ ਸਾਰਾ ਕੁਝ ਪਤਾ ਹੈ, ਸਾਰਾ ਕੁਝ ਯਾਦ ਹੈ। ਮੇਰੇ ਵੱਡੇ ਵੀਰ ਨੇ ਗਰੇਵਾਲ ਸਾਹਿਬ, ਇਹਨਾਂ ਨੂੰ ਮੈਂ ਕਈ ਵਾਰੀ ਕਿਹਾ ਹੈ, ਬੇਸ਼ੱਕ ਤੁਸੀਂ ਪੰਜਾਬ ਦੇ ਬੀਜੇਪੀ ਦੇ ਨੇਤਾ ਹੋ, ਤੁਸੀਂ ਗੱਲਬਾਤ ਜਦੋਂ ਕਰਦੇ ਹੋ ਕਦੇ ਤਾਂ ਜ਼ਰੂਰ ਸੋਚ ਲਿਆ ਕਰੋ ਕਿ ਪੰਜਾਬ ਦੇ ਹਿੱਤ ਆਪਣੇ ਮਨ 'ਚ ਰੱਖ ਲਿਆ ਕਰੋ, ਫਿਰ ਗੱਲ ਕਰਿਆ ਕਰੋ। ਸ਼੍ਰੀ ਨਰਿੰਦਰ ਮੋਦੀ ਜੀ ਨੇ 600 ਤੋਂ ਵੱਧ ਮੌਤਾਂ ਸਾਡੇ ਕਿਸਾਨ ਵੀਰਾਂ ਦੀਆਂ ਹੋ ਚੁੱਕੀਆਂ ਨੇ। ਤੁਸੀਂ ਸਿਆਸਤ ਦੀ ਗੱਲ ਕਰਦੇ ਹੋ, ਇੱਕ ਵਾਰੀ ਟਵੀਟ ਨਹੀਂ ਕੀਤਾ, ਇੱਕ ਵਾਰੀ ਹਾਦਾ ਨਾਰਾ ਨਹੀਂ ਮਾਰਿਆ। ਇਹ ਸਿਆਸਤ ਤੁਸੀਂ ਕਰਦੇ ਹੋ, ਅਸੀਂ ਨਹੀਂ ਕਰਦੇ। ਅਸੀਂ ਤਾਂ ਲੋਕਾਂ ਦੇ ਭਲੇ ਵਾਸਤੇ ਲੱਗੇ ਹੋਏ ਆ, ਕਿਸਾਨੀ ਦੇ ਭਲੇ ਵਾਸਤੇ ਲੱਗੇ ਹੋਏ ਆ, ਪੰਜਾਬੀਆਂ ਦੇ ਭਲੇ ਵਾਸਤੇ ਲੱਗੇ ਹੋਏ ਆ। ਇਹ ਛੋਟੀਆਂ ਸਿਆਸਤਾਂ 'ਚ ਗਰੇਵਾਲ ਸਾਹਿਬ ਨਾ ਪਾਓ। ਮੋਦੀ ਸਾਹਿਬ ਨੂੰ ਮਨਾਓ ਕਿ ਜਿਹੜਾ ਇਹ ਕਾਲਾ ਕਾਨੂੰਨ ਬਣਿਆ ਇਹਨੂੰ ਵਾਪਸ ਲੈ ਲੈਣ, ਸਾਡੇ ਪਰਿਵਾਰਾਂ ਨੂੰ ਵਾਪਸ ਭੇਜੋ ਤੇ ਕੋਈ ਕਮੇਟੀਆਂ ਬਣਾ ਦਿਓ ਜਿਹਦੇ ਨਾਲ ਸਾਡੀ ਪੰਜਾਬ ਦੀ, ਹਰਿਆਣੇ ਦੀ, ਬਾਕੀ ਹਿੰਦੁਸਤਾਨ ਦੀ ਕਿਸਾਨੀ ਦਾ ਫਾਇਦਾ ਹੋਵੇ। ਹੱਥ ਜੋੜਦੇ ਆ ਤੁਹਾਡੇ ਅੱਗੇ, ਤੁਸੀਂ ਤਾਕਤ 'ਚੋਂ ਇੱਕ ਮੰਡ 'ਚ ਨਾ ਰਹੋ। ਇੱਕ ਮੰਡ ਬਹੁਤ ਜਲਦੀ ਟੁੱਟ ਜਾਂਦੇ ਨੇ ਗਰੇਵਾਲ ਸਾਹਿਬ। ਮੋਦੀ ਸਾਹਿਬ ਨੂੰ ਜਾ ਕੇ ਮਨਾਓ, ਦੇਖੋ ਮੋਦੀ ਸਾਹਿਬ ਨੂੰ ਜਾ ਕੇ ਮਨਾਓ। ਇਹ ਛੋਟੀ ਗੱਲ ਉੱਥੇ ਆ ਜਾਂਦੀ ਹੈ। ਤੁਹਾਡੇ ਲੋਕਾਂ ਦੇ ਸਾਹਮਣੇ ਆ। ਗੌਰਵ ਜੀ, ਇੱਕ ਮਿੰਟ ਜੀ, ਇਹ ਪੰਜਾਬ ਦੇ ਲੋਕ, ਹਰਿਆਣੇ ਦੇ ਲੋਕ, ਹਿੰਦੁਸਤਾਨ ਦੇ ਲੋਕ ਕੋਈ ਕਮਲੇ ਨਹੀਂ ਹੈ, ਇਹ ਸਭ ਕੁਝ ਵੇਖ ਰਹੇ ਨੇ। ਠੀਕ ਹੈ, ਤੁਸੀਂ ਅੱਜ ਤਾਕਤ 'ਚੋਂ, ਇਹ ਤਾਕਤ ਸਦਾ ਨਹੀਂ ਰਹਿੰਦੀ। ਜੇ ਸਾਸਰਨਾਮ ਬੈਠੇ ਕੀਤੇ ਬੈਸ ਗਿਆ, ਬੜੀ ਦੁਨੀਆ ਆਈ, ਬੜੀ ਦੁਨੀਆ ਚਲੀ ਗਈ। ਇਹ ਬੀਜੇਪੀ ਦੇ ਜਿਹੜੇ ਲੀਡਰਸ ਨੇ ਪੰਜਾਬ ਦੇ, ਤੁਸੀਂ ਜਾ ਕੇ ਧਰਨਾ ਦਿਓ ਮੋਦੀ ਸਾਹਿਬ ਦੇ ਉੱਤੇ ਦਫ਼ਤਰ ਦੇ ਬਾਹਰ। ਸਵਾਦ ਆਊਗਾ ਤਾਂ ਲੋਕ ਕਹਿਣਗੇ ਕਿ ਪੰਜਾਬ ਦੇ ਬੀਜੇਪੀ ਦੇ ਲੀਡਰ ਕਿਸਾਨਾਂ ਦੇ ਹਿਤੈਸ਼ੀ ਆ। ਇਹ ਛੋਟੀਆਂ ਸਿਆਸਤਾਂ 'ਚ ਗਰੇਵਾਲ ਸਾਹਿਬ ਨਾ ਪਾਓ। ਮੈਂ ਇੱਕ ਰਿਐਕਸ਼ਨ ਲੈ ਲਵਾਂ ਸਰ, ਕਿਉਂਕਿ ਬਹੁਤ ਗੰਭੀਰ ਇਸ਼ੂ ਹੈ, ਚਾਹੇ ਲਖੀਮਪੁਰ ਹੋਵੇ, ਸਿੰਘੂ ਬਾਰਡਰ ਹੋਵੇ ਜਾਂ ਫਿਰ ਖੇਤੀ ਕਾਨੂੰਨਾਂ ਦਾ ਰੇੜਕਾ ਹੋਵੇ। ਗਰੇਵਾਲ ਸਾਹਿਬ, ਗੱਲ ਘੁੰਮ ਫਿਰ ਕੇ ਤੁਹਾਡੇ ਉੱਤੇ ਫਿਰ ਆਣੀਆਂ ਹਰ ਵਾਰ ਆਉਂਦੀ ਹੈ। ਇੱਕ ਵਾਰ ਫਿਰ ਵੈਦ ਸਾਹਿਬ ਉਹੀ ਜ਼ਿਕਰ ਕਰ ਰਹੇ ਨੇ ਕਿ ਤੁਸੀਂ ਮਾਮਲਾ ਨਿਬੇੜੋ ਨਾ, ਸਾਰਾ ਖਤਮ ਕਰੋ। ਉਹ ਹੈਗਾ ਮਾਮਲਾ ਖੇਤੀ ਕਾਨੂੰਨਾਂ ਵਾਲਾ, ਤਾਂ ਹੀ ਕਰਕੇ ਬਾਕੀ ਚੀਜ਼ਾਂ ਹੋ ਰਹੀਆਂ ਨੇ। ਇਸ ਤਰ੍ਹਾਂ ਖੇਤੀ ਕਾਨੂੰਨ ਬਹੁਤ ਅੱਛੇ ਬਣਾਏ ਆ, ਕਿਸਾਨ ਹਿੱਤ ਨੇ। ਜੋ ਤਰਕਸੰਗਤ ਗੱਲਾਂ ਕਿਸਾਨ ਹਿੱਤ ਦੀਆਂ ਨੇ ਉਹ ਸਰਕਾਰ ਮੰਨਣ ਨੂੰ ਤਿਆਰ ਆ। ਹੁਣ ਜੇ ਕਿਸੇ ਨੇ ਸਾਨੂੰ ਕਹਿਤਾ ਹੋਵੇ ਕਾਲੇ ਕਾਨੂੰਨ ਆ, ਤਾਂ ਕਾਲੇ ਕਾਨੂੰਨ ਇਸ ਤਰ੍ਹਾਂ ਕਿਸ ਤਰ੍ਹਾਂ ਹੋ ਗਏ, ਤਾਂ ਬਹਿਸ ਦਾ ਵਿਸ਼ਾ। ਸਰਦਾਰ ਸਿੰਘ ਜੌਹਲ ਨੂੰ ਇਹ ਕਾਨੂੰਨ ਬਹੁਤ ਅੱਛੇ ਲੱਗਦੇ ਆ, ਦੇਸ਼ ਦੇ ਬਾਕੀ ਕਿਸਾਨਾਂ ਨੂੰ ਇਹ ਕਾਨੂੰਨ ਬਹੁਤ ਅੱਛੇ ਲੱਗਦੇ ਆ। ਬੈਦ ਸਾਹਿਬ ਨੂੰ ਨਹੀਂ ਅੱਛੇ ਲੱਗਦੇ, ਬੈਦ ਸਾਹਿਬ ਦੀ ਕਾਂਗਰਸ ਨੂੰ ਨਹੀਂ ਅੱਛੇ ਲੱਗਦੇ। ਹਾਲਾਂਕਿ ਸ਼ੁਰੂਆਤ
ਇਸ ਕਰਕੇ ਬਣਾਉਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਨਾਲ ਸੀ ਜਦੋਂ ਆਰਡੀਨੈਂਸਸ ਆਏ ਆ, ਤਾਂ ਹੁਣ ਉਹਨਾਂ ਨੂੰ ਬੁਰੇ ਲੱਗਣ ਲੱਗੇ। ਇਹ ਸਮੇਂ ਦੇ ਹਿਸਾਬ ਨਾਲ ਆਪਣੇ ਵਿਚਾਰ ਬਦਲਦੇ ਆ, ਅਸੀਂ ਸਮੇਂ ਦੇ ਹਿਸਾਬ ਨਾਲ ਨਹੀਂ ਬਦਲਦੇ। ਅਸੀਂ ਤਾਂ ਕਿਸਾਨ ਹਿੱਤ ਦੀ, ਦੇਸ਼ ਹਿੱਤ ਦੀ ਜਿਹੜੀ ਗੱਲ ਆ ਮੋਦੀ ਜੀ ਉਹ ਕਰਦੇ ਆ, ਸਾਡੀ ਪਾਰਟੀ ਉਹ ਕਰਦੀ ਆ। ਇਸ ਕਰਕੇ ਇਹ ਸਾਰੀਆਂ ਗੱਲਾਂ ਦੇ ਜਵਾਬ ਸਮੇਂ ਦੇ ਨਾਲ ਆਪਣੇ ਆਪ ਲੈ ਲਿਓ। ਨਹੀਂ ਬਿਲਕੁਲ ਵੈਦ ਸਾਹਿਬ ਬੋਲੋ, ਤੁਸੀਂ ਜਵਾਬ ਦੇ ਦਿਓ ਸਰ, ਮੈਂ ਤਾਂ ਜਵਾਬ ਜ਼ਰੂਰ ਲੈਣਾ। ਗੌਰਵ ਜੀ, ਸਮੇਂ ਦੇ ਨਾਲ ਨਾਲ ਇਹ ਸਾਰਾ ਕੁਝ ਆਪਣੇ ਆਪ ਠੀਕ ਹੋ ਜਾਣਾ। ਕਿਸਾਨਾਂ ਨੂੰ ਵੀ ਪਤਾ ਹੈਗਾ ਇਹ ਜਿਹੜਾ ਅੰਦੋਲਨ ਹੈ ਇਹ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਹੈ। ਜੋ ਉੱਥੇ ਬਾਰਡਰ ਤੇ ਹੋ ਰਿਹਾ ਉਸ ਦੀ ਨਿੰਦਾ ਨਹੀਂ ਇਹਨਾਂ ਨੇ ਕਰਨੀ, ਇਹਨਾਂ ਨੇ ਸਾਡੀ ਨਿੰਦਾ। ਬਾਰ-ਬਾਰ ਵਾਪਸ ਆਉਣੇ, ਗੱਲ ਤਾਂ ਇਹ ਨਾ ਕਿ ਜਥੇਬੰਦੀਆਂ ਦਾ ਲੋਕ ਉਹਨਾਂ ਦੇ ਨਾਲ ਜੁੜੇ ਹੋਏ ਨੇ, ਧਰਨੇ ਪ੍ਰਦਰਸ਼ਨ ਜਾਰੀ ਨੇ, ਉਹ ਚਾਹੇ ਬਾਰਡਰ ਵਾਲੇ ਜਿਹੜੇ ਲੋਕ ਉੱਥੇ ਰਹਿਣ ਵਾਲੇ ਨੇ ਉਹਨਾਂ ਨੂੰ ਵੀ ਦਿੱਕਤਾਂ ਆ ਰਹੀਆਂ ਨੇ। ਪੂਰਾ ਮਸਲਾ ਤਾਂ ਹੱਲ ਹੋਣਾ ਚਾਹੀਦਾ, ਜਿਹੜਾ ਉੱਥੇ ਜਾ ਕੇ ਬੈਠਾ ਉਹਨੂੰ ਵੀ ਦਿੱਕਤ ਹੈ। ਵੈਦ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ। ਗੌਰਵ ਜੀ, ਗਰੇਵਾਲ ਸਾਹਿਬ ਕਹਿੰਦੇ ਆ ਕਿ ਜਿਹੜੇ ਇਹ ਕਾਲੇ ਕਾਨੂੰਨ ਹੈ, ਇਹ ਕਾਲੇ ਕਾਨੂੰਨ ਨਹੀਂ ਹੈ, ਕਿਸਾਨਾਂ ਦੇ ਹਿੱਤ 'ਚ ਨੇ। ਮੈਂ ਗਰੇਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਦੋ ਗੱਲਾਂ। ਪਹਿਲੀ ਗੱਲ ਤਾਂ ਗਰੇਵਾਲ ਸਾਹਿਬ, ਜਿੱਦਣ ਮਰਜ਼ੀ 4 ਘੰਟੇ 5 ਘੰਟੇ 7 ਘੰਟੇ ਦੀ ਮੇਰੇ ਨਾਲ ਡਿਬੇਟ ਕਰ ਲਓ, ਬਾਕੀ ਗੱਲਾਂ ਛੱਡ ਦਿਓ। ਮੈਂ ਤੁਹਾਨੂੰ ਦੱਸੂਗਾ ਕਿ ਇਹ ਕਾਨੂੰਨ ਕਿਹਦੇ ਹੱਕ 'ਚ ਨੇ ਤੇ ਕਿਹਦੇ ਹੱਕ 'ਚ ਨਹੀਂ ਹੈ। ਇਹ ਤੁਹਾਨੂੰ ਵੀ ਪਤਾ ਹੈ, ਲੇਕਿਨ ਤੁਹਾਡੀ ਮਜਬੂਰੀ ਹੈ ਇਹ ਟੈਲੀਵਿਜ਼ਨ ਦੇ ਉੱਪਰ ਬੈਠ ਕੇ ਕਹਿਣਾ। ਦੂਜੀ ਗੱਲ, ਜਿਹੜੀ ਤੁਸੀਂ ਕਿਸਾਨਾਂ ਦੀ ਸੰਯੁਕਤ ਮੋਰਚੇ ਦੀ ਗੱਲ ਕਰਦੇ ਹੋ, ਹਿੰਦੁਸਤਾਨ ਦੇ ਲੋਕਾਂ ਦੀ ਗੱਲ ਕਰਦੇ ਹੋ, ਗਰੇਵਾਲ ਸਾਹਿਬ ਮੈਂ ਤੁਹਾਨੂੰ ਬੜੀ ਵਾਰੀ ਇਹ ਰਿਕੁਐਸਟ ਕੀਤੀ ਹੈ ਕਿ ਜੇ ਵਾਕਿਆ ਹੀ ਤੁਹਾਡੇ 'ਚ ਪੰਜਾਬੀਆਂ ਦਾ ਖੂਨ ਹੈ, ਪੰਜਾਬ ਹੈ, ਪੰਜਾਬੀਅਤ ਹੈ, ਸਿੱਖੀ ਹੈ, ਗਰੇਵਾਲ ਸਾਹਿਬ ਬੀਜੇਪੀ ਦੇ ਲੀਡਰਾਂ ਨੂੰ ਲੈ ਜਾਓ, ਮੋਦੀ ਸਾਹਿਬ ਦੇ ਨਾ ਦਫ਼ਤਰ ਦੇ ਬਾਹਰ ਧਰਨਾ ਦਿਓ, ਤਾਂ ਅਸੀਂ ਮੰਨਾਂਗੇ ਵੀ ਤੁਸੀਂ ਇਹ ਕਾਨੂੰਨਾਂ ਦੇ ਹੱਕ ਵਿੱਚ ਹੋ। ਕਿ ਤੁਸੀਂ ਹੱਕ ਹੋ ਤਾਂ ਤੁਸੀਂ ਹੁਣ ਬੀਜੇਪੀ ਦੀ ਬੋਲੀ ਬੋਲਣੀ ਹੈ ਜੀ। ਇਹ ਕਾਨੂੰਨ ਸੁਣ ਲਓ ਗਰੇਵਾਲ ਸਾਹਿਬ, ਜਿੱਦਣ ਮਰਜ਼ੀ ਮੇਰੇ ਨਾਲ ਤੁਸੀਂ 2 ਘੰਟੇ 4 ਘੰਟੇ 5 ਘੰਟੇ ਬੈਠ ਜਿਓ, ਆਪਾਂ ਓਪਨ ਡਿਬੇਟ ਕਰਦੇ ਆ। ਮੈਂ ਨਿਊਜ਼ 18 ਦੀ ਟੀਮ ਨੂੰ ਵੀ ਦੇਖੋ ਸਾਲ ਹੋ ਗਿਆ ਆਪਾਂ ਇਹਦੇ ਉੱਪਰ ਗੱਲ ਕਰ ਰਹੇ ਹਾਂ, ਹੁਣ ਵੀ ਕਹਿ ਰਹੇ ਹਾਂ ਕਿ ਆਓ 4 ਘੰਟੇ ਕਰ ਲਓ ਡਿਬੇਟ। ਗੌਰਵ ਜੀ, ਡਿਬੇਟ ਰੱਖ ਲਿਓ, ਤੁਸੀਂ ਰੱਖ ਲਓ, ਤੇ ਜਿਸ ਤਰ੍ਹਾਂ ਉਸ ਦਿਨ ਆਏ ਸੀ ਤੁਹਾਡੇ ਉੱਥੇ ਤਾਂ ਉਸੇ ਤਰ੍ਹਾਂ ਹੀ ਡਿਬੇਟ ਕਰਾਂਗੇ ਔਰ ਵੈਦ ਸਾਹਿਬ ਦੇ ਸਾਰੇ ਜਵਾਬ ਦੇਵਾਂਗੇ। ਕਾਨੂੰਨ ਬਹੁਤ ਅੱਛੇ ਨੇ, ਤਰਕ ਸੰਗਤ ਗੱਲਾਂ ਕਿਸਾਨਾਂ ਦੀਆਂ ਮੰਨਣ ਨੂੰ ਤਿਆਰ ਆ। ਸਰਕਾਰ 2 ਘੰਟਿਆਂ ਦੇ ਅੰਦਰ ਫੈਸਲਾ ਕਰਨ ਨੂੰ ਤਿਆਰ ਆ। ਇਹੀ ਜਿਹੜੀਆਂ ਗੱਲਾਂ ਨੇ ਇਹੀ ਫੈਸਲਾ ਨਹੀਂ ਹੋਣ ਦਿੰਦੀਆਂ। ਇਹਨਾਂ ਨੂੰ ਕਹੋ ਕਿ ਇਸ ਤਰ੍ਹਾਂ ਵੈਦ ਸਾਹਿਬ ਇੰਟੈਲੀਜੈਂਟ ਨੇ ਔਰ ਪ੍ਰਸ਼ਾਸਨਿਕ ਸੇਵਾ ਦੇ ਨੇ, ਇਹ ਸਾਰਾ ਕੁਝ ਜਾਣਦੇ ਆ, ਪਰ ਇਹਨਾਂ ਨੂੰ ਆਪਣੀ ਪਾਰਟੀ ਦੀ ਮਜਬੂਰੀ ਹੈ, ਇਹਨਾਂ ਨੂੰ ਕਹਿਣਾ ਪੈਂਦਾ ਉਹਨਾਂ ਦੀ ਜੋ ਗੱਲ। ਮਜਬੂਰੀ ਨਹੀਂ ਹੈ ਪਾਰਟੀ ਦੀ ਜੀ ਗਰੇਵਾਲ ਸਾਹਿਬ, ਪੰਜਾਬ ਦੇ ਹਿੱਤਾਂ ਦੀ ਮਜਬੂਰੀ ਹੈ। ਨਹੀਂ, ਪੰਜਾਬ ਦੇ ਹਿੱਤਾਂ ਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ। ਪੰਜਾਬ ਦੇ ਹਿੱਤਾਂ ਦਾ ਨੁਕਸਾਨ ਅਗਰ ਕੀਤਾ ਅੱਜ ਤੱਕ ਕਾਂਗਰਸ ਨੇ ਕੀਤਾ, ਵੈਦ ਸਾਹਿਬ ਬੀਜੇਪੀ ਨੇ ਕੋਈ ਨੁਕਸਾਨ ਨਹੀਂ ਕੀਤਾ। ਆ ਬੇਅਦਬੀਆਂ ਦਾ ਵੀ ਤੁਸੀਂ ਹੁਣ ਤੱਕ, ਗੁਰੂ ਦੀਆਂ ਬੇਅਦਬੀਆਂ ਦਾ ਵੀ ਸਜ਼ਾ ਨਹੀਂ ਕਿਸੇ ਨੂੰ ਕੀਤੀ, ਔਰ ਇਹ ਆ ਕੇ ਬੀਜੇਪੀ ਨੇ ਕਰਨੀ ਹੈ, ਜਿੱਦਣ ਕਰਨੀ ਹੈ। ਜਦੋਂ ਪੰਜਾਬ ਦੇ ਲੋਕਾਂ ਨੇ ਇਨਸਾਫ ਲੈਣਾ ਉਹ ਸਾਡੇ ਕੋਲੋਂ ਕਰਵਾ ਲੈਣਗੇ, ਤੇ ਜੇ ਉਹਨਾਂ ਨੇ ਨਹੀਂ ਕਰਵਾਉਣਾ ਹੋਊਗਾ ਤਾਂ ਕਾਂਗਰਸ ਨੂੰ ਸੱਤਾ 'ਚ ਰੱਖਣਗੇ। ਇਹ ਲੋਕਾਂ ਨੇ ਪੰਜਾਬ ਦੇ ਨੇ। ਕਿਹੜੀ ਗੱਲ ਦਾ ਜ਼ਿਕਰ ਕਰ ਰਹੇ ਹੋ ਤੁਸੀਂ? ਗੌਰਵ ਜੀ, ਗਰੇਵਾਲ ਸਾਹਿਬ ਪਤਾ ਨਹੀਂ ਕਿਉਂ ਕਦੇ ਕਦੇ ਤਾਂ ਇਹਨਾਂ ਦੇ ਬਿਆਨ ਬੜੇ ਵਧੀਆ ਲੱਗਦੇ ਨੇ ਜਦੋਂ ਇਹ ਪੰਜਾਬ ਦੇ ਹਿੱਤਾਂ ਦੀ ਤੇ ਸਿੱਖੀ ਦੀ ਗੱਲ ਕਰਦੇ ਨੇ, ਕਿਸਾਨੀ ਦੀ। ਚਲੋ ਇਹਨਾਂ ਦੀ ਮਜਬੂਰੀ ਹੈ, ਪਰ ਗਰੇਵਾਲ ਸਾਹਿਬ ਮੈਨੂੰ 2-3 ਗੱਲਾਂ ਦਾ ਹੋਰ ਜਵਾਬ ਦੇ ਦਿਓ। 2015 ਦੇ ਵਿੱਚ 2007 ਤੋਂ ਲੈ ਕੇ 17 ਤੱਕ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰ ਦੇ ਭਾਈਵਾਲ ਰਹੇ ਹੋ, ਤੁਹਾਡੇ ਮਿਨਿਸਟਰਸ ਰਹੇ ਨੇ, ਸੈਂਟਰ 'ਚ ਤੁਹਾਡੀ ਸਰਕਾਰ ਰਹੀ ਹੈ 14 ਤੋਂ ਬਾਅਦ। ਇਹ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ, ਤੁਸੀਂ ਓਨੇ ਕਈ ਦੋਸ਼ੀ ਹੋ ਜਿੰਨਾ ਕਿ ਸ਼੍ਰੋਮਣੀ ਅਕਾਲੀ ਦਲ ਦੋਸ਼ੀ ਹੈ। ਸਜ਼ਾਵਾਂ ਅਦਾਲਤਾਂ ਨੇ ਦੇਣੀਆਂ ਨੇ, ਅਸੀਂ ਇਨਕੁਆਇਰੀ ਕਰਕੇ ਉਹਦੀ ਜਿਹੜੀ ਚਲਾਨ ਆ ਉਹ ਅਦਾਲਤਾਂ 'ਚ ਦੇ ਰਹੇ ਹਾਂ। ਤੁਸੀਂ ਕਹਿੰਦੇ ਹੋ ਅਸੀਂ ਆ ਕੇ ਇਨਸਾਫ ਕਰਾਂਗੇ। ਗਰੇਵਾਲ ਸਾਹਿਬ ਬੜੀਆਂ ਇਹ ਹਾਸੋਹੀਣੀਆਂ ਗੱਲਾਂ ਲੱਗਦੀਆਂ ਨੇ। ਮੈਂ ਫਿਰ ਉਸੇ ਮੁੱਦੇ ਤੇ ਆਉਣਾ, ਇਹ ਛੱਡ ਦਿਓ। ਰੱਬ ਦੇ ਵਾਸਤੇ ਪੰਜਾਬ ਦੇ ਹਿੱਤਾਂ ਬਾਰੇ ਗੱਲ ਕਰੋ। ਮੈਂ ਤੀਜੀ ਵਾਰੀ ਰਿਪੀਟ ਕਰ ਰਿਹਾ ਗਰੇਵਾਲ ਸਾਹਿਬ, ਬੀਜੇਪੀ ਦੇ ਜਿੰਨੇ ਤੁਸੀਂ ਲੀਡਰ ਹੋ ਇੱਥੋਂ ਦੇ, ਪੰਜਾਬ ਦੇ, ਹਰਿਆਣੇ ਦੇ, ਉੱਥੇ ਜਾ ਕੇ ਮੋਦੀ ਸਾਹਿਬ ਕੋਲੇ ਬੈਠੋ। ਸੰਯੁਕਤ ਮੋਰਚੇ ਨੇ ਕੋਈ ਗਲਤ ਗੱਲ ਨਹੀਂ ਕੀਤੀ। ਸੰਯੁਕਤ ਮੋਰਚਾ ਇਹੀ ਕਹਿੰਦਾ ਕਿ ਕਾਨੂੰਨ ਵਾਪਸ ਲੈ ਕੇ ਕਮੇਟੀਆਂ ਬਣਾ ਦਿਓ। ਤੁਹਾਡੇ ਹੱਥ ਵਿੱਚ ਹੈ, ਰੱਬ ਦੇ ਵਾਸਤੇ ਨਾ ਸਾਡਾ ਤੁਸੀਂ ਡਰਾਮਾ ਜਾਂ ਟੈਸਟ ਨਾ ਲਾਓ। ਮੋਦੀ ਸਾਹਿਬ ਨੂੰ ਮਨਾਓ, ਕਾਲੇ ਕਾਨੂੰਨ ਵਾਪਸ ਲੈ ਲਓ ਤੇ ਇਹਨਾਂ ਦੀਆਂ ਕਮੇਟੀਆਂ ਬਣਾ ਦਿਓ। ਮਸਲਾ 1 ਮਿੰਟ ਵਿੱਚ ਹੱਲ ਹੁੰਦਾ। ਤੁਸੀਂ ਜਾਣਬੁੱਝ ਕੇ ਨਹੀਂ ਹੋਣ ਦਿੰਦੇ। ਠੀਕ ਹੈ ਗਰੇਵਾਲ ਸਾਹਿਬ, ਤੁਹਾਡੀ ਫਾਈਨਲ ਸਟੇਟਮੈਂਟ ਸਰ। ਆ ਜਿਹੜਾ ਤਾਲਿਬਾਨੀ ਤਰੀਕੇ ਨਾਲ ਹੱਤਿਆ ਹੋਈ ਆ, ਉਹ ਉਹਨਾਂ ਦੇ ਘਰ 'ਚ, ਉਹਨਾਂ ਦੇ ਸਟੇਜ ਦੇ ਨਾਲ ਉੱਥੇ ਹੱਤਿਆ ਹੋ ਰਹੀ ਆ। ਉਹਨਾਂ ਦਾ ਧਰਨਾ, ਉਹਨਾਂ ਦਾ ਸਥਾਨ ਆ, ਉਹਨਾਂ ਦੀ ਐਜੂਕੇਸ਼ਨ ਆ, ਤੇ ਉਹਦਾ ਸੰਯੁਕਤ ਕਿਸਾਨ ਮੋਰਚਾ ਦੋਸ਼ੀ ਹੈ ਜਾਂ ਨਹੀਂ ਹੈ? ਇਹ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਜਾਂ ਨਹੀਂ ਬਣਦੀ ਸੀ? ਇਸ ਕਰਕੇ ਇਹ ਵੈਦ ਸਾਹਿਬ ਤਾਂ ਸਾਰੀ ਗੱਲ ਤੇ ਪਰਦਾ ਪਾਉਂਦੇ ਆ। ਇਸ ਤਰ੍ਹਾਂ ਦਾ ਪਰਦਾ ਨਹੀਂ। ਇਹ ਤਾਲਿਬਾਨੀ ਤਰੀਕੇ ਨਾਲ ਜੋ ਹੈ ਲੋਕਾਂ 'ਚ ਆਤੰਕ ਫੈਲਾਉਣ ਦੀ ਜੋ ਸਾਜ਼ਿਸ਼ ਕੀਤੀ ਗਈ ਆ, ਇੱਕ ਸਾਜ਼ਿਸ਼ ਆ, ਔਰ ਇਹ ਲੋਕਾਂ ਨੂੰ ਡਰਾਉਣ ਦੀ ਸਾਜ਼ਿਸ਼ ਆ।
ਇਹ ਨਹੀਂ ਹੋਣਾ ਚਾਹੀਦਾ ਸੀ, ਇਹਦੀ ਨਿੰਦਾ ਹੋਣੀ ਚਾਹੀਦੀ ਹੈ ਸਾਰੇ ਪਾਸੇ। ਗਰੇਵਾਲ ਸਾਹਿਬ ਲਖੀਮਪੁਰ ਖੀਰੀ ਵਾਸਤੇ ਵੀ ਦੱਸ ਦਿਓ। ਲਖੀਮਪੁਰ ਚ ਜਿੱਦਾਂ ਸਾਡੇ ਵਰਕਰਾਂ ਦੀ ਤਾਲੀਬਾਨੀ ਤਰੀਕੇ ਨਾਲ ਹੱਤਿਆ ਕੀਤੀ ਆ, ਉਹਦੀ ਵੀ ਨਿੰਦਾ ਕਰੋ, ਤੇ ਜੇ ਕਿਸੇ ਤੇ ਗੱਡੀ ਚੜੀ ਆ ਉਹਦੀ ਵੀ ਨਿੰਦਾ ਕਰੋ। ਅਸੀਂ ਬਰਾਬਰ, ਸਾਡੀ ਸਰਕਾਰ ਉੱਥੇ ਇਨਸਾਫ ਦੇ ਰਹੀ ਹੈ, ਬਰਾਬਰ ਜਾਂਚ ਚੱਲ ਰਹੀ ਹੈ। ਜਿਹੜਾ ਦੋਸ਼ੀ ਹੋਏਗਾ ਉਹ ਜੇਲ੍ਹ 'ਚ ਹੋਏਗਾ ਲਖੀਮਪੁਰ ਖੀਰੀ ਦਾ। ਔਰ ਇਸੇ ਤਰ੍ਹਾਂ ਆ ਜਿਹੜੇ ਅਜੇ ਤਾਂ ਉਹ ਇੱਕ ਬੰਦਾ ਝੂਠਾ ਪੇਸ਼ ਕਰਵਾਤਾ ਇਹਨਾਂ ਨੇ, ਅਸਲੀ ਗੱਲ ਤਾਂ ਸਾਹਮਣੇ ਹੀ ਨਹੀਂ ਆਈ ਕਿ ਸਾਜ਼ਿਸ਼ ਦੇ ਪਿੱਛੇ ਕੌਣ, ਇਹ ਕੌਣ ਲੋਕਾਂ ਤੇ ਕਿਹੜੇ ਮਾਮਲੇ ਤੁਸੀਂ ਕਹਿ ਰਹੇ ਹੋ? ਸਿੰਘੂ ਬਾਰਡਰ ਤੇ ਕਹਿ ਰਹੇ ਹੋ? ਹਾਂਜੀ ਹਾਂਜੀ, ਸਿੰਘੂ ਬਾਰਡਰ ਤੇ। ਤੁਹਾਨੂੰ ਲੱਗਦਾ ਕਿ ਇਹਦੇ ਪਿੱਛੇ ਕੋਈ ਸਾਜ਼ਿਸ਼ ਹੈ? ਬਿਲਕੁਲ, ਬਹੁਤ ਬੜੀ ਸਾਜ਼ਿਸ਼ ਹੈ। ਏਜੰਸੀਆਂ ਵੱਲੋਂ ਉਂਗਲਾਂ ਚੁੱਕਦੇ ਨੇ ਨਿਹੰਗ ਸਿੰਘ। ਇਹਦੀ ਜਾਂਚ ਹੋਣੀ ਚਾਹੀਦੀ ਹੈ। ਉਹ ਜਾਣਬੁੱਝ ਕੇ ਦੂਜੇ ਤੇ ਪਾਉਂਦੇ ਆ, ਕਿਸਾਨ ਲੀਡਰ ਡੀਸੈਂਟ ਵੇ ਨਾਲ ਡੌਜ ਕਰਦੇ ਆ। ਹੁਣ ਨਹੀਂ ਇਹ ਡੌਜ ਦਿੱਤੀ ਜਾਣੀ, ਇਹਨਾਂ ਦੇ ਉੱਥੇ ਤਾਲੀਬਾਨੀ ਤਰੀਕੇ ਨਾਲ। ਲਗਾਤਾਰ ਇਹੀ ਬੀਜੇਪੀ ਵਾਲੇ ਕਹਿ ਰਹੇ ਨੇ ਕਿ ਤੁਸੀਂ ਲਖੀਮਪੁਰ ਚਲੇ ਗਏ, ਉੱਥੇ ਜਾ ਕੇ ਤੁਸੀਂ ਕਿਸਾਨਾਂ ਦੇ ਪਰਿਵਾਰਾਂ ਨਾਲ ਗੱਲ ਕਰ ਲਈ ਜਿਸ ਦਾ ਕਤਲ ਹੋਇਆ ਹੈ ਸਿੰਘੂ ਬਾਰਡਰ ਦੇ ਉੱਤੇ, ਕਿ ਉਸ ਦੇ ਨਾਲ ਵੀ ਕੋਈ ਗੱਲਬਾਤ ਹੋਏਗੀ? ਜਿਹੜਾ ਮੁਆਵਜ਼ੇ ਦਾ ਐਲਾਨ ਉੱਥੇ ਹੋਇਆ ਸੀ ਕਿ ਇੱਥੇ ਵੀ ਕਰੋਗੇ? ਗੌਰਵ ਜੀ, ਪਹਿਲਾਂ ਤਾਂ ਮੈਂ ਗਰੇਵਾਲ ਸਾਹਿਬ ਤੁਸੀਂ ਗੁੱਸਾ ਨਾ ਕਰਿਓ ਮੇਰੀ ਗੱਲ ਦਾ। ਤੁਸੀਂ ਸਿਆਣੇ ਲੀਡਰ ਹੋ, ਤੁਹਾਡੇ ਤੋਂ ਇਹੋ ਜੀ ਸਟੇਟਮੈਂਟ ਨਾ ਕਿਸਾਨ ਮੋਰਚੇ ਦੇ ਖਿਲਾਫ ਸ਼ੋਭਾ ਨਹੀਂ ਦਿੰਦੀ, ਬਿਲਕੁਲ ਸ਼ੋਭਾ ਨਹੀਂ ਦਿੰਦੀ। ਮੈਂ ਤੁਹਾਨੂੰ ਬੜੇ ਸਿਆਣੇ ਲੀਡਰਾਂ ਚੋਂ ਮੰਨਦਾ। ਪਿਛਲੇ 2 ਮਹੀਨੇ ਤੋਂ ਤੁਹਾਡੀਆਂ ਸਟੇਟਮੈਂਟਸ ਬਹੁਤ ਅੱਛੀਆਂ ਲੱਗੀਆਂ, ਮੈਂ ਤਾਰੀਫ ਵੀ ਕੀਤੀ। ਪਰ ਪਲੀਜ਼ ਜਿਹੜੀ ਇਹ ਤੁਸੀਂ ਸਾਜ਼ਿਸ਼ ਦੀ ਗੱਲ ਕਰਦੇ ਹੋ ਨਾ ਕਿ ਜੀ ਸੰਯੁਕਤ ਮੋਰਚੇ ਨੇ ਤਾਲਿਬਾਨੀ ਢੰਗ ਨਾਲ, ਇਹੋ ਜਿਹੇ ਕੰਮ ਨਾ ਕਰੋ, ਪਹਿਲੀ ਗੱਲ। ਦੂਜੀ ਗੱਲ, ਯੂਪੀ ਦੀ ਮੈਂ ਲਖੀਮਪੁਰ ਖੀਰੀ ਦੀ ਗੱਲ ਕਰਦੇ ਆ, ਤੁਸੀਂ ਮਿਸ਼ਰਾ ਜੀ ਦੇ ਬਿਆਨ ਪੜ੍ਹ ਲਓ। ਬਾਕੀ ਪ੍ਰੈਸ ਰਿਪੋਰਟਰਾਂ ਤੇ ਤਾਂ UAPA ਲਾ ਦਿੰਦੇ ਹੋ, ਸਾਡੇ ਵਰਗੇ ਗਰੀਬ ਤੇ UAPA ਲਾ ਦਿੰਦੇ ਹੋ। ਉਹ ਮਿਨਿਸਟਰ ਤੁਹਾਡਾ ਸਟੇਟ ਹੋਮ ਮਿਨਿਸਟਰ ਹਿੰਦੁਸਤਾਨ ਦੇ ਬਿਆਨ ਜੇ ਤੁਸੀਂ ਪੜ੍ਹ ਲਓ, ਵੈਸੇ ਤਾਂ ਤੁਹਾਨੂੰ ਪਤਾ ਤੁਸੀਂ ਕੰਡੈਮ ਤੱਕ ਕਰਨਾ ਨਹੀਂ, ਲੇਕਿਨ ਉਹ ਜਿਹੜੇ ਬਿਆਨ ਨੇ ਗਰੇਵਾਲ ਸਾਹਿਬ, ਉਹ ਹਿੰਦੁਸਤਾਨ ਦੇ ਸਟੇਟ ਹੋਮ ਮਿਨਿਸਟਰ ਦੇ ਨਹੀਂ ਹੋਣੇ ਚਾਹੀਦੇ। ਤੀਜੀ ਗੱਲ, ਯੂਪੀ ਦੇ ਵਿੱਚ ਉਨਾਓ ਕੇਸ, ਮਿਸ਼ਰਾ ਕੇਸ, ਹਾਥਰਸ ਕੇਸ ਦੀਆਂ ਜਿਹੜੀਆਂ ਚੀਜ਼ਾਂ ਨੇ ਨਾ, ਉਹ ਵੀ ਤੁਹਾਡੇ ਸਾਹਮਣੇ ਹੈ। ਲਿੰਚਿੰਗ BJP ਦੇ ਰੂਲ 'ਚ ਸਟਾਰਟ ਹੋਈ ਆ। ਅਸੀਂ ਲਿੰਚਿੰਗ ਨੂੰ ਡੇ 1 ਤੋਂ ਕ੍ਰਿਟੀਸਾਈਜ਼ ਕਰਦੇ ਹਾਂ, ਚਾਹੇ ਉਹਦੇ ਵਿੱਚ BJP ਵਰਕਰਾਂ ਦੀ ਕਿਸੇ ਤਰ੍ਹਾਂ ਦੀ ਲਿੰਚਿੰਗ ਹੋਈ, ਚਾਹੇ ਕਿਸੇ ਹੋਰ ਸਮੁਦਾਇ ਦੀ ਹੋਈ, ਸਾਰਿਆਂ ਨੂੰ ਕ੍ਰਿਟੀਸਾਈਜ਼ ਕਰਦੇ ਆ। ਇਹ ਤੁਹਾਡੇ ਰਾਜ ਵਿੱਚ ਹੋ ਰਿਹਾ ਹੈ। BJP ਦੇ ਰਾਜ ਵਿੱਚ 14 ਤੋਂ ਪਹਿਲਾਂ ਲਿੰਚਿੰਗ ਨਹੀਂ ਸੀ ਹੁੰਦੀ, ਕੋਈ ਇੱਕਾ ਦੁੱਕਾ ਘਟਨਾਵਾਂ ਹੋਈਆਂ ਹੋਣਗੀਆਂ। ਰੱਬ ਦੇ ਵਾਸਤੇ ਗਰੇਵਾਲ ਸਾਹਿਬ ਹੱਥ ਜੋੜਦੇ ਆ ਤੁਹਾਡੇ ਅੱਗੇ, ਇਸ ਮੁਲਕ ਨੂੰ ਬਚਾ ਲਓ, ਪੰਜਾਬ ਨੂੰ ਬਚਾ ਲਓ। ਇਹ ਸਿੰਘੂ ਬਾਰਡਰ ਦੇ ਉੱਤੇ ਜਿਹੜੇ ਨਿਹੰਗ ਸਿੰਘ ਨੇ ਇਹ ਕੁਝ ਐਡਮਿਟ ਕੀਤਾ, ਇਹਨੂੰ ਤੁਸੀਂ, ਚਲੋ ਮੈਂ ਤਾਂ ਕਹਿੰਦਾ, ਮੈਂ ਅੱਜ ਨਹੀਂ ਕਹਿੰਦਾ ਕਿ ਕੋਈ ਸਾਜ਼ਿਸ਼ ਨਹੀਂ ਰਹੀ ਹੋਏਗੀ, ਬਟ ਸਾਡੀ ਕਿਸਾਨੀ ਨੂੰ ਬਦਨਾਮ ਨਾ ਕਰੋ BJP ਵਾਲਿਓ, ਪਲੀਜ਼ ਸਾਡੀ ਕਿਸਾਨੀ ਨੂੰ ਬਦਨਾਮ ਨਾ ਕਰੋ। ਮੈਂ ਇੱਕ ਛੋਟਾ ਰਿਐਕਸ਼ਨ ਚਾਹੁੰਦਾ। ਕੁਲਦੀਪ ਭਾਈ ਜੀ, ਤੁਹਾਨੂੰ ਲੱਗਦਾ ਕਿ ਸਿੰਘੂ ਬਾਰਡਰ ਤੇ ਜੋ ਹੋਇਆ ਉਹ ਵੀ ਮੌਬ ਲਿੰਚਿੰਗ ਦਾ ਇੱਕ ਰੂਪ ਹੈ? ਮੈਂ ਕਹਿੰਦਾ ਗਲਤ ਹੈ, ਮੈਂ ਤਾਂ ਕ੍ਰਿਟੀਸਾਈਜ਼ ਕਰਦਾ। ਇਹ ਚੀਜ਼ਾਂ ਸਾਡੇ ਮੁਲਕ ਵਿੱਚ ਨਹੀਂ ਹੋਣੀਆਂ ਚਾਹੀਦੀਆਂ, ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ। ਚਲੋ ਗਰੇਵਾਲ ਸਾਹਿਬ, ਸਖਤ ਸ਼ਬਦਾਂ ਦੇ ਵਿੱਚ ਮੈਂ ਨਿੰਦਾ ਕਰਦਾ। ਠੀਕ ਹੈ ਗਰੇਵਾਲ ਸਾਹਿਬ, ਇੱਕ ਫਾਈਨਲ ਛੋਟੀ ਜਿਹੀ ਸਟੇਟਮੈਂਟ, ਸਮਾਂ ਆਪਣੇ ਕੋਲ ਖਤਮ ਹੋ ਚੱਲਿਆ। ਦੇਖੋ ਯਾਰ, ਕੋਈ ਵੀ ਐਸੀ ਘਟਨਾ ਹੋਵੇ ਉਸ ਦੀ ਨਿੰਦਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਆਪਣੇ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਕਰਨਾ ਚਾਹੀਦਾ। ਅੱਜ ਕੱਲ੍ਹ ਅਸੀਂ ਆਪਣੇ ਸਿਆਸੀ ਹਿੱਤ ਪਹਿਲਾਂ ਪੂਰਕ ਹੁੰਦੇ ਆ, ਉਹਦੇ ਜਿਹੜੇ ਪੋਲੀਟੀਕਲ ਲੋਕ ਵੀ ਨੇ, ਇਹ ਪਹਿਲਾਂ ਨਾਲੋਂ ਬਹੁਤ ਰਾਜਨੀਤੀ ਬਦਲ ਗਈ, ਇਹ ਨਹੀਂ ਬਦਲਣੀ ਚਾਹੀਦੀ, ਲੋਕ ਸਭ ਦੇਖ ਰਹੇ ਆ। ਇਸ ਕਰਕੇ ਇਹ ਜਿਹੜੀ ਘਟਨਾ ਹੋਈ ਹੈ ਇਹ ਬਹੁਤ ਨਿੰਦਾ ਕਰਨ ਵਾਲੀ ਹੈ। ਇੱਕ ਦਲਿਤ ਗਰੀਬ ਵਿਅਕਤੀ ਦਾ ਕਤਲ ਕੀਤਾ ਗਿਆ ਔਰ ਐਸੇ ਤਰੀਕੇ ਨਾਲ ਕਤਲ ਕੀਤਾ ਗਿਆ ਕਿ ਲੋਕਾਂ 'ਚ ਆਤੰਕ ਫੈਲ ਜੇ, ਜਿਸ ਤਰ੍ਹਾਂ ਉਹਨੂੰ ਲਟਕਾਇਆ ਗਿਆ, ਜਿਸ ਤਰ੍ਹਾਂ ਕਤਲ ਹੋਰ ਵੀ ਹੁੰਦੇ ਆ, ਪਰ ਉਹ ਇਸ ਤਰ੍ਹਾਂ ਕਦੇ ਨਹੀਂ ਹੁੰਦੇ। ਲੋਕਾਂ ਨੂੰ ਪਬਲਿਕਲੀ ਦਿਖਾਇਆ ਗਿਆ ਜਾਣਬੁੱਝ ਕੇ, ਔਰ ਹਾਲਾਂਕਿ TV ਦੇ ਮੀਡੀਆ ਵਾਲਿਆਂ ਨੇ ਸ਼ਰਮ ਕੀਤੀ ਕਿ ਲੋਕਾਂ 'ਚ ਆਤੰਕ ਫੈਲੇਗਾ, ਉਹਨਾਂ ਨੇ ਧੁੰਦਲੀਆਂ ਕਰਕੇ ਪਿਕਚਰਾਂ ਦਿਖਾਈਆਂ, ਪਰ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਉਹਨਾਂ ਨੇ ਕੀਤਾ, ਔਰ ਜਿਹੜੇ ਲੋਕ ਉਹਨਾਂ ਘੇਰ ਕੇ ਬੈਠੇ ਉਹ ਸਾਰੇ ਹੀ ਦੋਸ਼ੀ ਸੀ, ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਕਿ ਇਸ ਤਰ੍ਹਾਂ ਦੀ ਹਿੰਮਤ ਕਿਹਦੀ ਹੋ ਜੇ, ਇਹ ਕੋਈ ਦੀ ਨਿੰਦਾ ਨਹੀਂ ਕਰਦੇ, ਇਹ ਕਹਿੰਦੇ ਕਿਸਾਨ ਮੋਰਚਾ ਬਦਨਾਮ ਹੋ ਰਿਹਾ। ਨਹੀਂ, ਨਿਖੇਧੀ ਤਾਂ ਸਾਰੇ ਕਰ ਰਹੇ ਨੇ, ਚਾਹੇ ਕਾਂਗਰਸ ਹੋਵੇ, ਚਾਹੇ BJP ਹੋਵੇ, ਜਾਂ ਕੋਈ ਹੋਰ ਪਾਰਟੀ ਹੋਵੇ, ਇਨਫੈਕਟ ਚਾਹੇ ਸੰਯੁਕਤ ਕਿਸਾਨ ਮੋਰਚਾ ਹੋਵੇ, ਸਭ ਦੇ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ। ਸ਼ੁਕਰੀਆ ਗਰੇਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਵੈਦ ਸਾਹਿਬ, ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਜੋ ਲਗਾਤਾਰ ਜ਼ਿਕਰ ਹੋ ਰਿਹਾ ਕਿ ਜਦੋਂ ਕਿਸਾਨੀ ਇਸ਼ੂ ਦਾ ਕੋਈ ਵੀ ਜ਼ਿਕਰ ਹੁੰਦਾ ਹੈ, ਚਾਹੇ ਲਖੀਮਪੁਰ ਘਟਨਾ ਦਾ ਜ਼ਿਕਰ ਹੋਇਆ ਜਾਂ ਫਿਰ ਸਿੰਘੂ ਬਾਰਡਰ ਤੇ ਜੋ ਕੁਝ ਹੋਇਆ ਉਸ ਦਾ ਅਸੀਂ ਜ਼ਿਕਰ ਕਰਦੇ ਹਾਂ, ਤਾਂ ਫਿਰ ਇਸ ਸਭ ਦੇ ਵਿਚਾਲੇ ਗੱਲ ਹੁੰਦੀ ਹੈ ਖੇਤੀ ਕਾਨੂੰਨਾਂ ਦੀ, ਕਿ ਉਸ ਨੂੰ ਖਤਮ ਕਰ ਦਿੱਤਾ ਜਾਵੇ, ਉਸ ਪੂਰੇ ਇਸ਼ੂ ਨੂੰ ਖਤਮ ਕਰ ਦਿੱਤਾ ਜਾਵੇ, ਤਾਂ ਮਸਲਾ ਪੂਰਾ ਸੁਲਝ ਜਾਵੇਗਾ। ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਵਾਪਸ ਆਵਾਂਗੇ ਕੁਝ ਹੋਰ ਖਬਰਾਂ ਨਾਲ।